मॉर्निंग ऑल। मैं मोनिका मेहता साइंस मिस्टर्स GSS लोगड़। अज ਤੁਹਾਨੂੰ 7ਵੀਂ ਤੇ 10ਵੀਂ ਕਲਾਸ ਦੋਨਾਂ 'ਚ ਹੀ ਹੈਗਾ ਲੈਸਨ 6ਵੀਂ 'ਚ 7ਵੀਂ 'ਚ ਹੈਗਾ ਪਾਠ ਨੰਬਰ 11। ਠੀਕ ਹੈ, ਲਹੂ ਗੇੜ ਪ੍ਰਣਾਲੀ ਟਰਾਂਸਪੋਰਟੇਸ਼ਨ ਇਨ ਐਨੀਮਲਸ ਐਂਡ ਪਲਾਂਟ ਪੌਦਿਆਂ ਅਤੇ ਜੰਤੂਆਂ ਦੇ ਵਿੱਚ ਪ੍ਰਵਹਿਨ। ਔਰ 10ਵੀਂ 'ਚ ਹੈਗਾ ਲਾਈਫ ਪ੍ਰੋਸੈਸਿਸ। ਦੋਨਾਂ ਦਾ ਇਕੱਠਾ ਹੀ ਟੋਪਿਕ ਹੈਗਾ, ਉਹਦੇ ਵਿੱਚ ਕਰਵਾ ਰਹੇ ਹੈਗੇ ਆ ਕਿ ਲਹੂ ਗੇੜ ਪ੍ਰਣਾਲੀ ਸਰਕੂਲੇਟਰੀ ਸਿਸਟਮ। ਤਾਂ ਜਿਹੜਾ ਇਹ ਦਿਖਾਇਆ ਹਾਰਟ ਦੇ ਵਿੱਚ ਦੋਹਰੀ ਡਬਲ ਸਰਕੂਲੇਸ਼ਨ ਹੁੰਦੇ ਆ, ਦੋਹਰੀ ਗੇੜ ਪ੍ਰਣਾਲੀ ਹੁੰਦੀ ਹੈ ਲਹੂ ਦੀ। ਅਤੇ ਆਓ ਅਸੀਂ ਇਹਨੂੰ ਚੰਗੀ ਤਰ੍ਹਾਂ ਡਿਟੇਲ 'ਚ ਜਾਣੀਏ। ਠੀਕ ਆ, ਤਾਂ ਇਹ ਹਾਰਟ ਦੇ ਵਿੱਚ ਇੱਕ ਪਾਸੇ ਆਕਸੀਜਨ ਵਾਲਾ ਬਲੱਡ ਪਿਓਰ ਅਤੇ ਇੱਕ ਪਾਸੇ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਇੰਪਿਓਰ ਡੀਆਕਸੀਜਨੇਟਡ ਬਲੱਡ ਜਾਂਦੇ ਹੈਗੇ ਆ, ਇਹਦੇ ਵਿੱਚ ਦੀ ਪਾਸ ਹੁੰਦੇ ਆ। ਠੀਕ ਆ, ਅਤੇ ਇਹਨੂੰ ਜਾਣਨ ਲਈ ਅਸੀਂ ਪਹਿਲਾਂ ਹਾਰਟ ਦੀ ਸਟਰਕਚਰ ਕਰਦੇ ਹਾਂ। ਹਾਰਟ ਦੇ 4 ਖਾਨੇ ਹੁੰਦੇ ਆ, ਖੱਬਾ ਔਰੀਕਲ ਅਤੇ ਖੱਬਾ ਵੈਂਟਰੀਕਲ, ਸੱਜਾ ਔਰੀਕਲ ਅਤੇ ਸੱਜਾ ਵੈਂਟਰੀਕਲ। ਉੱਪਰਲੇ ਦੋਨੋਂ ਖਾਨਿਆਂ ਨੂੰ ਔਰੀਕਲ ਕਹਿੰਦੇ ਆ, ਨੀਚਲੇ ਦਿਆਂ ਨੂੰ ਵੈਂਟਰੀਕਲ। ਖੱਬਾ ਅਤੇ ਸੱਜਾ ਔਰੀਕਲ ਅਤੇ ਵੈਂਟਰੀਕਲ, ਜਿਵੇਂ ਕਿ ਡਾਇਗਰਾਮ 'ਚ ਦੇਖ ਸਕਦੇ ਹੋ। ਹੁਣ ਇਹਦੇ ਵਿੱਚੋਂ ਜਿਹੜੀ ਹੈਗੀ ਆ ਕਿਵੇਂ ਹਾਰਟ ਦੇ ਵਿੱਚ ਬਲੱਡ ਫਲੋ ਕਰਦਾ ਹੈਗਾ। ਜਿਹੜਾ ਖੱਬਾ ਔਰੀਕਲ ਅਤੇ ਵੈਂਟਰੀਕਲ ਹੁੰਦਾ, ਇਹਦੇ ਵਿੱਚ ਆਕਸੀਜਨ ਯੁਕਤ ਖੂਨ ਆਉਂਦਾ ਹੈਗਾ। ਔਰ ਰਾਈਟ ਔਰੀਕਲ ਅਤੇ ਵੈਂਟਰੀਕਲ 'ਚ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਬੋਡੀ ਤੋਂ ਦੇ ਭਾਗਾਂ ਤੋਂ ਹਾਰਟ 'ਚ ਆਉਂਦਾ। ਫਿਰ ਇੱਥੋਂ ਫੇਫੜਿਆਂ 'ਚ ਜਾਏਗਾ, ਫੇਫੜਿਆਂ 'ਚ ਕਾਰਬਨ ਡਾਈਆਕਸਾਈਡ ਬਾਹਰ ਨਿਕਲੇਗੀ, ਆਕਸੀਜਨ ਬਲੱਡ ਲਏਗਾ। ਆਕਸੀਜਨ ਯੁਕਤ ਬਲੱਡ ਕਿੱਥੇ ਆਉਂਦਾ ਹੈਗਾ? ਪਲਮਨਰੀ ਵੇਨ ਰਾਹੀਂ, ਧਮਨੀ ਰਾਹੀਂ, ਪਲਮਨਰੀ ਵੇਨ ਸ਼ਾਖਾਵਾਂ ਰਾਹੀਂ ਲੈਫਟ ਖੱਬੇ ਪਾਸੇ ਆ ਜਾਂਦਾ ਹੈਗਾ। ਤਾਂ ਇੱਦਾਂ ਤੁਸੀਂ ਯਾਦ ਕਰਨੇ ਹੈਗੇ ਆ, 2 ਔਰੀਕਲ ਹੈ, 2 ਵੈਂਟਰੀਕਲ ਹੈ, ਉਹ ਵਿਚਕਾਰ। ਠੀਕ ਹੈ, ਸਾਰੇ ਖਾਨੇ ਅਲੱਗ ਅਲੱਗ ਹੋਣਗੇ ਕੰਧ ਦੇ ਨਾਲ, ਇੱਕ ਵਾਲ ਹੁੰਦੀ ਆ ਉਸ ਨਾਲ। ਤਾਂ ਇਹ ਬਾਰ ਬਾਰ ਸੁੰਗੜਦੇ ਆ, ਪਹਿਲਾਂ ਖੱਬਾ ਹਿੱਸਾ ਸੁੰਗੜੇਗਾ ਅਤੇ ਫੈਲੇਗਾ। ਇਸੇ ਤਰ੍ਹਾਂ ਖੱਬਾ ਔਰੀਕਲ ਫਿਰ ਖੱਬਾ ਵੈਂਟਰੀਕਲ ਫੈਲਦਾ ਹੈਗਾ। ਤਾਂ ਉਹਦੇ ਵਿੱਚੋਂ ਬਲੱਡ ਕੀ ਹੈ, ਖੱਬੇ ਔਰੀਕਲ ਤੋਂ ਵੈਂਟਰੀਕਲ 'ਚ ਆ ਜਾਂਦਾ। ਫਿਰ ਅਰੋਟਾ ਰਾਹੀਂ, ਮਹਾਧਮਨੀ ਰਾਹੀਂ ਸਰੀਰ ਦੇ ਭਾਗਾਂ ਨੂੰ ਪਹੁੰਚਦਾ ਹੈਗਾ। ਉੱਥੇ ਆਕਸੀਜਨ ਜਿਹੜੀ ਹੈਗੀ ਆ ਸੈੱਲਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਔਰ ਕਾਰਬਨ ਡਾਈਆਕਸਾਈਡ ਬਲੱਡ 'ਚ ਪ੍ਰਸਰਨ ਹੋ ਜਾਂਦਾ ਹੈ, ਡਿਫਿਊਜ਼ਨ ਹੋ ਜਾਂਦੀ ਹੈ। ਕਾਰਬਨ ਡਾਈਆਕਸਾਈਡ ਵਾਲਾ ਬਲੱਡ ਜਿਹੜਾ ਹੈਗਾ ਸੱਜੇ ਔਰੀਕਲ ਤੋਂ ਵੈਂਟਰੀਕਲ, ਫਿਰ ਪਲਮਨਰੀ ਧਮਨੀ ਰਾਹੀਂ, ਪਲਮਨਰੀ ਆਰਟਰੀ ਰਾਹੀਂ ਫੇਫੜਿਆਂ 'ਚ ਜਾਏਗਾ। ਫੇਫੜਿਆਂ ਤੋਂ ਸਾਫ ਖੂਨ ਕੀ ਹੈ ਪਲਮਨਰੀ ਵੇਨ ਰਾਹੀਂ ਆਏਗਾ। ਆਓ ਅਸੀਂ ਇਸ ਨੂੰ ਦੇਖੀਏ ਕਿ ਲਹੂ ਗੇੜ ਪ੍ਰਣਾਲੀ ਕਿਵੇਂ ਹੁੰਦੀ ਹੈ। ਠੀਕ ਹੈ, ਇਸ 'ਚ ਡਾਟ ਲੈ ਕੇ ਇਹ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਜਿਹੜਾ ਹੈਗਾ ਸਰੀਰ ਦੇ ਉੱਪਰਲੇ ਅਤੇ ਨਿਚਲੇ ਭਾਗਾਂ ਤੋਂ ਵੀਨਾ ਕੇਵਾ ਰਾਹੀਂ, ਠੀਕ ਹੈ, ਆਉਂਦਾ ਹੈਗਾ ਔਰੀਕਲ 'ਚ। ਔਰੀਕਲ ਤੋਂ ਵੈਂਟਰੀਕਲ 'ਚ ਵਾਲਵ ਲੱਗੀਆਂ ਹੋਈਆਂ, ਵੈਂਟਰੀਕਲ 'ਚ ਆ ਗਿਆ। ਠੀਕ ਹੈ, ਫਿਰ ਵੈਂਟਰੀਕਲ ਤੋਂ ਪਲਮਨਰੀ ਆਰਟਰੀ ਰਾਹੀਂ ਕੀ ਜਾ ਰਿਹਾ ਹੈਗਾ ਫੇਫੜਿਆਂ ਨੂੰ ਬਲੱਡ। ਫੇਫੜਿਆਂ 'ਚ ਬਲੱਡ ਕੀ ਹੋ ਗਿਆ ਆਕਸੀਜਨੇਟਡ ਰੈੱਡ ਕਲਰ ਦਾ। ਠੀਕ ਹੈ, ਆਕਸੀਜਨ ਲੈ ਲਈ, ਕਾਰਬਨ ਡਾਈਆਕਸਾਈਡ ਛੱਡਤੀ। ਪਲਮਨਰੀ ਵੇਨ ਤੋਂ ਬਲੱਡ ਕਿੱਥੇ ਆ ਗਿਆ ਲੈਫਟ ਖੱਬੇ ਔਰੀਕਲ 'ਚ। ਖੱਬੇ ਔਰੀਕਲ ਤੋਂ ਆਕਸੀਜਨ ਯੁਕਤ ਬਲੱਡ ਕਿੱਥੇ ਜਾਏਗਾ ਖੱਬੇ ਵੈਂਟਰੀਕਲ ਤੋਂ ਔਰ ਵੈਂਟਰੀਕਲ ਤੋਂ ਬਲੱਡ ਕਿੱਥੇ ਜਾਏਗਾ ਮਹਾਧਮਨੀ ਅਰੋਟਾ ਰਾਹੀਂ ਸਰੀਰ ਦੇ ਭਾਗਾਂ ਨੂੰ ਚਲਾ ਜਾਂਦਾ ਹੈ, ਜਿੱਥੇ ਆਕਸੀਜਨ ਦੇ ਦਿੰਦਾ ਔਰ ਕਾਰਬਨ ਡਾਈਆਕਸਾਈਡ ਲਏਗਾ। ਠੀਕ ਹੈ, ਦੁਬਾਰਾ ਦੇਖੋ ਕਿੱਥੋਂ ਫਲੋ ਹੋ ਰਿਹਾ ਹੈਗਾ। ਸੱਜੇ ਔਰੀਕਲ ਤੋਂ ਵੈਂਟਰੀਕਲ। ਠੀਕ ਹੈ, ਵੈਂਟਰੀਕਲ ਤੋਂ ਪਲਮਨਰੀ ਆਰਟਰੀ ਰਾਹੀਂ ਫੇਫੜਿਆਂ 'ਚ, ਫਿਰ ਫੇਫੜਿਆਂ ਤੋਂ ਖੂਨ ਪਲਮਨਰੀ ਵੇਨ ਰਾਹੀਂ ਖੱਬੇ ਔਰੀਕਲ ਅਤੇ ਖੱਬੇ ਵੈਂਟਰੀਕਲ, ਫਿਰ ਉੱਥੋਂ ਅਰੋਟਾ ਰਾਹੀਂ ਸਰੀਰ ਦੇ ਭਾਗਾਂ ਨੂੰ, ਉੱਥੇ ਆਕਸੀਜਨ ਦੇਗਾ ਅਤੇ ਕਾਰਬਨ ਡਾਈਆਕਸਾਈਡ ਲਏਗਾ। ਅਸੀਂ ਅਲੱਗ ਅਲੱਗ ਸਲਾਈਡਸ ਦੇ ਰਾਹੀਂ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਇਸ 'ਚ ਦਿਖਾਇਆ ਹੈਗਾ ਨੀਲਾ ਰੰਗ ਕਿਉਂ ਭਰਿਆ ਕਿ ਕਾਰਬਨ ਡਾਈਆਕਸਾਈਡ ਵਾਲਾ ਬਲੱਡ। ਠੀਕ ਹੈ, ਫਲੋ ਹੈਗਾ ਰਾਈਟ ਔਰੀਕਲ ਤੋਂ ਰਾਈਟ ਵੈਂਟਰੀਕਲ 'ਚ, ਸੱਜੇ ਔਰੀਕਲ ਤੋਂ ਸੱਜੇ ਵੈਂਟਰੀਕਲ, ਫਿਰ ਪਲਮਨਰੀ ਆਰਟਰੀ ਰਾਹੀਂ
ਕਿੱਥੇ ਜਾਏਗਾ? ਬਲੱਡ ਕਾਰਬਨ ਡਾਈਆਕਸਾਈਡ ਵਾਲਾ ਫੇਫੜਿਆਂ 'ਚ, ਉੱਥੋਂ ਸਾਫ਼ ਹੋ ਕੇ ਖੱਬੇ ਔਰੀਕਲ ਅਤੇ ਖੱਬੇ ਵੈਂਟਰੀਕਲ ਅਤੇ ਅਰੋਟਾ ਰਾਹੀਂ ਬੋਡੀ ਦੇ ਪਾਰਟਸ ਨੂੰ ਜਾਂਦਾ ਹੈਗਾ। ਠੀਕ ਹੈ, ਵਨ ਸਾਈਡ 'ਤੇ ਕਲਰ ਭਰਿਆ ਹੋਇਆ, ਦੂਸਰੇ ਇੱਧਰ ਵੀ ਆਕਸੀਜਨ ਵਾਲਾ ਰੈੱਡ ਵਾਲੀ ਸਾਈਡ ਜਿਹੜੀ ਹੈਗੀ ਇਹਨੂੰ ਲਹੂ ਦੀ ਦੋਹਰੀ ਗੇੜ ਪ੍ਰਣਾਲੀ ਕਹਿੰਦੇ ਆ। ਔਰ ਇਹ ਔਰੀਕਲ ਵੈਂਟਰੀਕਲ ਦੇ ਸੁੰਗੜਨ ਅਤੇ ਫੈਲਣ ਕਰਕੇ ਹੁੰਦਾ। ਚਾਰ ਖਾਨੇ ਆ ਤਾਂ ਇਹਦਾ ਮਤਲਬ 4 ਪੀਕਸ ਆਉਣਗੀਆਂ। ਦੇਖੋ ਇਹ ਔਰੀਕਲ ਅਤੇ ਵੈਂਟਰੀਕਲ ਦੇ ਇੱਦਾਂ ਦੀਆਂ ਪੀਕਸ ਆਉਣਗੀਆਂ। ਇਹਨੂੰ ECG ਕਹਿੰਦੇ ਆ, ਇਲੈਕਟ੍ਰੋਕਾਰਡੀਓਗ੍ਰਾਫ। ਇਹਦੀ ਸਹਾਇਤਾ ਨਾਲ ਪਤਾ ਲੱਗਦਾ ਅਗਰ ਕੋਈ ਵੀ ਪੀਕ ਸਹੀ ਨਹੀਂ ਆਉਂਦੀ ਤਾਂ ਅਸੀਂ ਦੇਖ ਸਕਦੇ ਹਾਂ ਕਿ ਹਾਰਟ ਦਾ ਕਿਹੜੇ ਚੈਂਬਰ 'ਚ ਨੁਕਸ ਹੈਗਾ। ਦੈਨ ਸਾਡੀ ਇਹ ਲਹੂ ਗੇੜ ਪ੍ਰਣਾਲੀ ਤੁਸੀਂ ਦੇਖ ਸਕਦੇ ਹੋ। ਰੈੱਡ ਬਲੱਡ ਦਾ ਮੀਨਸ ਆਕਸੀਜਨ ਵਾਲਾ ਬਲੱਡ, ਔਰ ਨੀਲਾ ਬਲੱਡ ਕੀ ਹੈ? ਕਾਰਬਨ ਡਾਈਆਕਸਾਈਡ ਵਾਲਾ ਬਲੱਡ। ਤਾਂ ਔਰੀਕਲ ਤੋਂ ਵੈਂਟਰੀਕਲ, ਵੈਂਟਰੀਕਲ ਤੋਂ ਅਰੋਟਾ ਰਾਹੀਂ ਬੋਡੀ ਪਾਰਟਸ ਨੂੰ, ਬੋਡੀ ਪਾਰਟਸ 'ਤੇ ਨੂੰ ਆਕਸੀਜਨ ਦੇ ਦਿੰਦਾ। ਫਿਰ ਬਲੱਡ ਕੀ ਹੋ ਜਾਂਦਾ? ਨੀਲਾ ਹੋ ਜਾਂਦਾ। ਉਹ ਵੇਨਸ ਰਾਹੀਂ ਸ਼ਿਰਾਵਾਂ ਰਾਹੀਂ ਸੱਜੇ ਔਰੀਕਲ ਅਤੇ ਸੱਜੇ ਵੈਂਟਰੀਕਲ ਤੋਂ ਫੇਫੜਿਆਂ 'ਚ, ਫੇਫੜਿਆਂ ਨੂੰ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਕੀ ਹੋਏਗਾ? ਪ੍ਰਸਰਣ ਹੋਏਗਾ, ਵਟਾਂਦਰਾ ਹੋਏਗਾ। ਅਤੇ ਸਾਫ਼ ਬਲੱਡ ਕੀ ਆ? ਹਾਰਟ ਦੇ ਪਲਮਨਰੀ ਵੇਨ ਰਾਹੀਂ ਹਾਰਟ ਦੇ ਖੱਬੇ ਹਿੱਸੇ ਇਸ ਵਾਲੀ ਸਾਈਡ 'ਤੇ ਆ ਜਾਂਦਾ। ਇੱਦਾਂ ਲਹੂ ਦੀ ਦੋਹਰੀ ਡਬਲ ਸਰਕੂਲੇਸ਼ਨ, ਦੋਹਰੀ ਗੇੜ ਪ੍ਰਣਾਲੀ ਚੱਲਦੀ ਹੈਗੀ ਆ। ਹੋਪ ਸੋ ਤੁਹਾਨੂੰ ਇਹ ਵੀਡੀਓਜ਼ ਰਾਹੀਂ ਸਮਝ ਆ ਗਿਆ ਹੋਣਾ ਕਿ ਲਹੂ 'ਚੋਂ ਡਬਲ ਸਰਕੂਲੇਸ਼ਨ ਕਿਵੇਂ ਹੁੰਦੀ ਹੈ। ਦਿਲ ਦੇ ਖਾਨਿਆਂ ਦੀਆਂ ਕੰਧਾਂ ਜਿਹੜੀਆਂ ਇਹ ਖਾਸ ਮਾਸਪੇਸ਼ੀਆਂ ਦੀਆਂ ਬਣੀਆਂ ਹੁੰਦੀਆਂ, ਇਹਨਾਂ ਨੂੰ ਦਿਲ ਦੀਆਂ ਪੇਸ਼ੀਆਂ ਕਹਿੰਦੇ ਹਨ। ਇਹ ਲਗਾਤਾਰ ਸੁੰਗੜਦੀਆਂ ਅਤੇ ਫੈਲਦੀਆਂ ਹਨ, ਜਿਸ ਕਰਕੇ ਦਿਲ ਦੀ ਧੜਕਣ ਸੁੰਗੜਨਾ ਅਤੇ ਫੈਲਣਾ ਇਸ ਨੂੰ ਕੀ ਕਹਿੰਦੇ ਹਨ? ਮਾਸਪੇਸ਼ੀਆਂ ਦਾ ਦਿਲ ਦੀ ਧੜਕਣ। ਦਿਲ ਦੇ ਸਾਰੇ ਖਾਨੇ ਜਿਹੜੇ ਹੈਗੇ ਆ ਲਹੂ ਨੂੰ ਪੰਪ ਕਰਦੇ ਹੈਗੇ ਆ, ਇਸ ਕਰਕੇ ਸਾਨੂੰ ਧੜਕਣ ਮਹਿਸੂਸ ਹੁੰਦੀ ਹੈ। ਇਸ ਧੜਕਣ ਨੂੰ ਅਸੀਂ ਕਿਵੇਂ? ਇੱਕ ਖਾਸ ਤਰ੍ਹਾਂ ਦੇ ਯੰਤਰ ਜਿਸ ਨੂੰ ਸਟੈਟੋਸਕੋਪ ਕਿਹਾ ਜਾਂਦਾ ਹੈਗਾ, ਉਸ ਦੀ ਹੈਲਪ ਨਾਲ ਜਾਂ ਤੁਸੀਂ ਨਬਜ਼ ਦਰ ਪਤਾ ਕਰ ਸਕਦੇ ਹੋ। ਕਿੱਥੇ? ਇੱਥੇ ਕਲਾਈ ਦੇ ਉੱਤੇ ਰੱਖ ਕੇ ਹੱਥ, ਠੀਕ ਹੈ, ਗਿਣ ਸਕਦੇ ਹੋ ਕਿ ਤੁਹਾਡੀ ਨਬਜ਼ ਦਰ ਕਿੰਨੀ ਹੈਗੀ ਆ। ਅੰਗੂਠੇ ਦੇ ਅਤੇ ਵਿੱਚ ਵਾਲੀ ਉਂਗਲੀ ਨਾਲ ਨਬਜ਼ ਨੂੰ ਦਬਾਓ। ਇੱਕ ਨੋਰਮਲ ਆਰਾਮ ਅਵਸਥਾ ਵਿੱਚ ਇੱਕ ਨੋਰਮਲ ਵਿਅਕਤੀ ਦੀ ਜਿਹੜੀ ਨਬਜ਼ ਦਰ ਹੁੰਦੀ ਹੈ ਜਾਂ ਪਲਸ ਰੇਟ ਹੁੰਦਾ, ਉਹ ਕਿੰਨਾ ਹੁੰਦਾ? ਹਾਰਟ ਬੀਟ ਰੇਟ 72 ਤੋਂ 80 ਮਿੰਟ ਪ੍ਰਤੀ ਦਰ ਹੁੰਦੀ ਹੈਗੀ ਹੈ। ਤਾਂ ਤੁਸੀਂ ਇੱਕ ਕਿਰਿਆ ਵੀ ਕਰ ਸਕਦੇ ਹੋ, ਸਭ ਦੀ ਸਾਰਣੀ ਬਣਾ ਕੇ ਸਾਰੇ ਵਿਦਿਆਰਥੀਆਂ ਦੀ ਪਲਸ ਰੇਟ ਜਾਣ ਸਕਦੇ ਹੋ। ਠੀਕ ਹੈ। ਦੈਨ ਸਟੈਟੋਸਕੋਪ ਇੱਕ ਇੰਸਟਰੂਮੈਂਟ ਹੈਗਾ, ਇਹ ਦੇਖੋ, ਜਿਹਦੇ ਨਾਲ BP ਮਾਪਿਆ ਜਾਂਦਾ ਔਰ ਨਬਜ਼ ਦਰ ਦਾ ਪਤਾ ਲਗਾਇਆ ਜਾ ਸਕਦਾ। BP ਆਪਰੇਟਸ, ਠੀਕ ਹੈ। ਜਾਂ ਦਿਲ ਦੀ ਧੜਕਣ ਨੂੰ ਯੂਜ਼ ਕਰਨ ਲਈ, ਦੇਖਣ ਲਈ ਅਸੀਂ ਸਟੈਟੋਸਕੋਪ ਯੂਜ਼ ਕਰਦੇ ਹਾਂ। ਔਰ ਹਾਰਟ ਬੀਟ ਵਗੈਰਾ ਲਈ ਅਸੀਂ ਸਫੈਗਨੋਮੈਨੋਮੀਟਰ ਦੀ ਹੈਲਪ ਨਾਲ ਅਸੀਂ BP ਵੀ ਮਾਪਦੇ ਹੈਗੇ ਆ। ਅੱਪਰ ਬਲੱਡ ਪ੍ਰੈਸ਼ਰ ਬੋਡੀ ਦਾ ਅਤੇ ਲੋਅਰ ਬਲੱਡ ਪ੍ਰੈਸ਼ਰ। ਇੱਥੇ ਸਟੈਟੋਸਕੋਪ ਲਗਾਉਣਾ ਸੀ ਦਿਲ ਦੀ ਧੜਕਣ, ਇਹ ਹੈਗਾ BP ਆਪਰੇਟਸ। ਠੀਕ ਹੈ, ਇਹਦੀ ਸਲਾਈਡ ਚਲੋ। ਇਹ ਵੀ ਦਿਲ ਦੀ ਧੜਕਣ ਨੂੰ ਜਾਣਨ ਲਈ, BP ਜਾਣਨ ਲਈ। ਤਾਂ ਹੋਪ ਸੋ ਕਿ ਤੁਹਾਨੂੰ ਆਹ ਦੇਖੋ ਹਾਰਟ ਕੀ ਕਰ ਰਿਹਾ? ਬਲੱਡ ਨੂੰ ਪੰਪ ਕਰ ਰਿਹਾ ਹੈਗਾ। ਜਿਹੜੀਆਂ ਆਰਟਰੀਜ਼ ਹੈਗੀ ਆ ਉਹ ਬਲੱਡ ਨੂੰ, ਆਕਸੀਜਨ ਵਾਲਾ ਬਲੱਡ ਇਹਨਾਂ ਦੇ ਵਿੱਚੋਂ ਫਲੋ ਕਰਦਾ, ਮੋਟੀਆਂ ਹੁੰਦੀਆਂ ਇਹਨਾਂ ਦੀਆਂ ਵਾਲਸ ਜਿਹੜੀਆਂ ਹੈਗੀਆਂ ਮਾਸਪੇਸ਼ੀਆਂ ਦੀਆਂ, ਜ਼ਿਆਦਾ ਮੋਟੀਆਂ ਮਾਸਪੇਸ਼ੀਆਂ ਦੀਆਂ ਬਣੀਆਂ ਹੁੰਦੀਆਂ ਹੈਗੀਆਂ ਧਮਨੀਆਂ, ਆਰਟਰੀਜ਼। ਠੀਕ, ਅਤੇ ਆਕਸੀਜਨ ਲੈ ਕੇ ਜਾਂਦੀਆਂ। ਇਹਨਾਂ ਦੇ ਸੁੰਗੜਨ ਅਤੇ ਫੈਲਣ ਕਰਕੇ ਨਬਜ਼ ਦਰ ਮਹਿਸੂਸ ਹੁੰਦੀ ਹੈਗੀ ਆ। ਔਰ ਖੂਨ ਦਾ ਦਬਾਓ ਜ਼ਿਆਦਾ ਹੋਣ ਕਰਕੇ ਇਹ ਮੋਟੀਆਂ ਅਤੇ ਲਚਕੀਲੀਆਂ ਹੁੰਦੀਆਂ ਹਨ। ਇਹਨਾਂ ਦੇ ਵਿੱਚ ਵਾਲਵ ਨਹੀਂ ਹੁੰਦੇ। ਪਰ ਜਿਹੜੀਆਂ ਵੇਨਸ ਹੈ, ਵੇਨਸ ਨੂੰ ਅਸੀਂ ਕੀ ਕਹਿੰਦੇ ਹਾਂ? ਸ਼ਿਰਾਵਾਂ ਜਿਹੜੀਆਂ ਹੈਗੀਆਂ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਲੈ ਕੇ ਜਾਣਗੀਆਂ ਬੋਡੀ ਪਾਰਟਸ ਤੋਂ ਫੇਫੜਿਆਂ ਤੱਕ। ਇਹ ਪਤਲੀਆਂ ਹੁੰਦੀਆਂ ਧਮਨੀਆਂ ਦੀਆਂ ਤੁਲਨਾ, ਅਤੇ ਇਹਨਾਂ ਦੇ ਵਿੱਚ ਵਾਲਵ ਨਹੀਂ ਹੁੰਦੇ। ਠੀਕ ਹੈ, ਇਹਨਾਂ ਦੇ ਵਿੱਚ ਮੁੜੇ ਬਿਨਾਂ ਕੇਵਲ ਦਿਲ ਵੱਲ ਹੀ ਵਹਿੰਦਾ ਹੈ। ਵਨ ਡਾਇਰੈਕਸ਼ਨਲ 'ਚ ਹੀ ਖੂਨ ਜਾ ਸਕਦਾ ਹੈਗਾ ਇਹਨਾਂ ਦੇ ਵਿੱਚ। ਇਹਦੇ ਵਿੱਚ ਵਾਲਵ ਹੁੰਦੇ ਆ
ਔਰ ਇਹ ਪਤਲੀਆਂ ਹੁੰਦੀਆਂ। ਧਮਨੀਆਂ ਜਿਹੜੀਆਂ ਹੈਗੀਆਂ ਉਹ ਕੀ ਹੁੰਦੀਆਂ, ਮੋਟੀਆਂ ਹੁੰਦੀਆਂ। ਇਹ ਹੈਗੀ ਆ ਬਲੱਡ ਦੀ ਸਰਕੂਲੇਸ਼ਨ, ਹਾਰਟ ਕੀ ਇੱਕ ਤਰ੍ਹਾਂ ਪੰਪ ਕਰਦਾ ਹੈਗਾ। ਆਓ ਅਸੀਂ ਧਮਨੀਆਂ ਅਤੇ ਸ਼ਿਰਾਵਾਂ, ਆਰਟਰੀਜ਼ ਅਤੇ ਸ਼ਿਰਾਵਾਂ ਦੇ ਵਿੱਚ ਅੰਤਰ ਪਤਾ ਕਰੀਏ। ਦੇਖ ਸਕਦੇ ਹੋ ਜਿਹੜੀਆਂ ਧਮਨੀਆਂ ਉਹ ਲਾਲ ਹੈ, ਸ਼ਿਰਾਵਾਂ ਨੀਲੇ ਰੰਗ ਦੀਆਂ, ਠੀਕ ਹੈ। ਇਹ ਅੰਤਰ ਨਹੀਂ ਹੋਇਆ ਤਾਂ ਖੂਨ ਦੇ ਅਕੋਰਡਿੰਗ ਹੈ। ਆਰਟਰੀਜ਼ 'ਚੋਂ ਆਕਸੀਜਨ ਵਾਲਾ ਬਲੱਡ ਜਾਂਦਾ ਔਰ ਵੇਨਸ 'ਚੋਂ ਬਿਨਾਂ ਆਕਸੀਜਨ ਵਾਲਾ ਕਾਰਬਨ ਡਾਈਆਕਸਾਈਡ ਭਰਪੂਰ ਬਲੱਡ ਜਾਂਦਾ ਹੈਗਾ। ਜਿਹੜੀ ਧਮਨੀ ਆ ਉਹਦੀਆਂ ਬਾਹਰਲੀ ਮਾਸਪੇਸ਼ੀਆਂ ਜਿਹੜੀਆਂ ਹੈਗੀਆਂ ਮੋਟੀਆਂ ਹੁੰਦੀਆਂ, ਮਜ਼ਬੂਤ ਹੁੰਦੀਆਂ, ਇਲਾਸਟਿਕ ਲਚਕਦਾਰ ਹੁੰਦੀਆਂ ਔਰ ਇਹਦੇ ਵਿੱਚ ਕੋਈ ਵੀ ਵਾਲਵ ਨਹੀਂ ਹੈਗੀ। ਸ਼ਿਰਾਵਾਂ ਦੇ ਵਿੱਚ ਕੀ ਹੁੰਦਾ, ਵਾਲਵ ਹੁੰਦੇ ਆ ਜਿਸ ਦੇ ਕਰਕੇ ਬਲੱਡ ਖੂਨ ਇੱਕ ਡਾਇਰੈਕਸ਼ਨ 'ਚ ਹੀ ਜਾ ਸਕਦਾ ਹੈਗਾ, ਯੂਨੀਡਾਇਰੈਕਸ਼ਨਲ ਫਲੋ ਆਫ ਬਲੱਡ। ਇੱਦਾਂ ਧਮਨੀ ਅਤੇ ਆਰਟਰੀ 'ਚ ਅੰਤਰ ਕਰਨਾ ਆ ਸਕਦਾ ਹੈਗਾ ਤੁਹਾਨੂੰ, ਠੀਕ ਆ। ਹੁਣ ਜੰਤੂਆਂ 'ਚ ਅਸੀਂ ਕੀ ਪੜ੍ਹ ਰਹੇ ਹਾਂ, ਪਰਿਵਹਿਨ, ਲਹੂ ਗੇੜ ਪ੍ਰਣਾਲੀ। ਤਾਂ ਸਾਡਾ ਸਭ ਤੋਂ ਮੇਨ ਕੀ ਹੈ, ਲਹੂ। ਇਹ ਇੱਕ ਜੋੜਕ ਟਿਸ਼ੂ ਹੈ, ਪੂਰੇ ਸਰੀਰ 'ਚ ਪ੍ਰਭਾਵਿਤ ਕਰਦਾ। ਜਦੋਂ ਸਾਨੂੰ ਸੱਟ ਲੱਗ ਜਾਂਦੀ ਹੈ ਤਾਂ ਸਾਡੀ ਬੋਡੀ 'ਚੋਂ ਬਲੱਡ ਫਲੋ ਕਰਦਾ। ਜਿਹੜਾ ਖੂਨ ਹੈ ਉਹ ਫੇਫੜਿਆਂ ਤੋਂ ਆਕਸੀਜਨ ਸੈੱਲਾਂ ਤੱਕ ਲੈ ਕੇ ਜਾਏਗਾ ਔਰ ਕਾਰਬਨ ਡਾਈਆਕਸਾਈਡ ਫੇਫੜਿਆਂ ਤੱਕ ਪਹੁੰਚਾਉਂਦਾ। ਔਰ ਲਹੂ ਤੋਂ ਜਿਹੜਾ ਨਾਈਟ੍ਰੋਜਨ ਯੁਕਤ ਪਦਾਰਥ ਗੁਰਦਿਆਂ ਵਿੱਚ ਪਹੁੰਚਦੇ, ਕਿਡਨੀ ਦੇ ਵਿੱਚ, ਅਤੇ ਉੱਥੋਂ ਜਿਹੜਾ ਹੈਗਾ ਬਲੱਡ ਦੀ ਗੁਰਦਿਆਂ ਦੇ ਵਿੱਚੋਂ ਸਫਾਈ ਹੁੰਦੀ ਆ ਬਲੱਡ ਦੀ, ਤਾਂ ਸਾਫ਼ ਬਲੱਡ ਬੋਡੀ ਦੇ ਹਿੱਸਿਆਂ ਨੂੰ ਪਹੁੰਚਦਾ ਹੈਗਾ। ਲਹੂ ਦੇ ਹਿੱਸੇ, ਕੰਪੋਨੈਂਟਸ ਆਫ ਦੀ ਬਲੱਡ। ਸਭ ਤੋਂ ਪਹਿਲਾਂ ਹੈਗਾ ਪਲਾਜ਼ਮਾ, ਇੱਕ ਤਰਲ ਪੀਲੇ ਰੰਗ ਦਾ ਹੁੰਦਾ। ਇਸ ਦਾ ਮੁੱਖ ਭਾਗ ਪਾਣੀ ਹੈ। ਇਹ ਕੁੱਲ 55% ਹਿੱਸਾ ਬਣਾਉਂਦਾ ਲਹੂ ਦਾ। ਕਿੰਨੇ ਪਰਸੈਂਟ ਹਿੱਸਾ ਪਲਾਜ਼ਮਾ ਹੁੰਦਾ, 55%। ਫਿਰ ਹੈਗੇ ਆ ਰਿਥਰੋਸਾਈਟਸ, ਜਿਨ੍ਹਾਂ ਨੂੰ ਰੈੱਡ ਬਲੱਡ ਸੈੱਲਸ ਕਹਿੰਦੇ ਆ। ਲਾਲ ਸੈੱਲ, ਰਕਤਾਣੂ। ਇਹਨਾਂ ਦਾ ਰੰਗ ਲਾਲ ਕਿਉਂ ਹੁੰਦਾ, ਕਿਉਂਕਿ ਇਹਨਾਂ ਦੇ ਵਿੱਚ ਹੀਮੋਗਲੋਬਿਨ ਪਿਗਮੈਂਟ ਹੁੰਦਾ, ਜਿਸ ਕਰਕੇ ਇਹਨਾਂ ਦਾ ਰੰਗ, ਔਰ ਹੀਮੋਗਲੋਬਿਨ ਨਾਲ ਆਕਸੀਜਨ ਜੁੜ ਕੇ ਆਕਸੀ ਹੀਮੋਗਲੋਬਿਨ ਬਣਾਉਂਦਾ, ਜੋ ਕਿ ਇਹ ਸੈੱਲਾਂ ਤੱਕ ਪਹੁੰਚਦੀ ਹੈਗੀ ਹੈ। ਸੈੱਲਾਂ ਤੱਕ ਆਕਸੀਜਨ ਪਹੁੰਚ ਕੇ ਕਾਰਬਨ ਡਾਈਆਕਸਾਈਡ ਲੈ ਲੈਣਗੇ RBCs ਜਿਹੜੇ ਹੈਗੇ ਲਾਲ ਰਕਤਾਣੂ, ਤਾਂ ਕਿ ਬਣ ਜਾਏਗਾ ਕਾਰਬੋਕਸੀ ਹੀਮੋਗਲੋਬਿਨ। ਇਸ ਤਰ੍ਹਾਂ ਜਿਹੜੀ ਹੈਗੀ ਆ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਜਿਹੜੀ ਫੇਫੜਿਆਂ ਤੱਕ ਤੋਂ ਖੂਨ ਤੋਂ ਸੈੱਲਾਂ, ਫਿਰ ਸੈੱਲਾਂ ਤੋਂ ਕਾਰਬਨ ਡਾਈਆਕਸਾਈਡ ਖੂਨ 'ਚ, ਅਤੇ ਖੂਨ ਤੋਂ ਕਿੱਥੇ ਪਹੁੰਚਦੀ ਹੈ, ਫੇਫੜਿਆਂ ਤੱਕ। ਇੱਦਾਂ ਟਰਾਂਸਪੋਰਟ ਹੁੰਦੀ ਆ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੀ। ਫਿਰ ਹੈਗੇ ਆ ਸਫੇਦ ਰਕਤਾਣੂ, ਜਿਨ੍ਹਾਂ ਨੂੰ ਲਿਊਕੋਸਾਈਟ ਕਿਹਾ ਜਾਂਦਾ, ਵਾਈਟ ਕਲਰ ਦੇ, ਠੀਕ ਹੈ, ਚਿੱਟੇ ਰਕਤਾਣੂ। ਇਹ ਰੰਗਹੀਨ ਔਰ ਬੇਤਰਤੀਬ ਆਕ੍ਰਿਤੀ ਹੁੰਦੀ ਹੈ। ਇਹ ਸਰੀਰ ਦੇ ਵਿੱਚ ਆਉਣ ਵਾਲੇ ਕੀਟਾਣੂਆਂ ਨਾਲ ਲੜਦੇ ਹੈਗੇ ਆ, ਤਾਂ ਇੱਦਾਂ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਆ। ਪਲੇਟਲੈਟਸ ਲਹੂ ਦੇ ਵਿੱਚ ਮੌਜੂਦ ਸਭ ਤੋਂ ਛੋਟੇ ਸੈੱਲ ਹੁੰਦੇ ਆ। ਇਹ ਲਹੂ ਨੂੰ ਜੰਮਣ 'ਚ ਸਹਾਇਤਾ ਕਰਦੇ ਆ। ਜਿੱਥੇ ਵੀ ਸੱਟ ਲੱਗੀ ਹੋਵੇ ਤਾਂ ਉੱਥੇ ਪਲੇਟਲੈਟਸ ਇਕੱਠੀਆਂ ਹੋ ਜਾਂਦੀਆਂ। ਤਾਂ ਮੇਨ ਕੰਪੋਨੈਂਟਸ ਪਲਾਜ਼ਮਾ ਜਿਹੜਾ 55% ਹੁੰਦਾ, RBCs ਅਤੇ ਰੈੱਡ ਬਲੱਡ ਸੈੱਲ, ਰਕਤਾਣੂ, ਚਿੱਟੇ ਸੈੱਲ, ਪਲਾਜ਼ਮਾ, ਪਲੇਟਲੈਟਸ। ਔਰ ਇਹ ਧਮਨੀਆਂ ਅਤੇ ਸ਼ਿਰਾਵਾਂ ਦੇ ਵਿੱਚ ਤੁਸੀਂ ਅੰਤਰ ਕਰਨਾ ਹੈਗਾ। ਦੁਬਾਰਾ ਦੇਖ ਸਕਦੇ ਹੋ ਜਿਹੜੇ ਲਾਲ ਰਕਤਾਣੂ ਹੈ ਡਿਸਕ ਸ਼ੇਪ ਹੈ, ਵਾਈਟ ਜਿਹੜੇ ਸੈੱਲ ਹੈਗੇ ਆ ਇਹ ਇਰੈਗੂਲਰ। ਪਲੇਟਲੈਟਸ ਕੀ ਆ, ਛੋਟੇ ਸਾਈਜ਼ ਦੀ ਹੁੰਦੀ ਹੈ। ਜਿੱਥੇ ਵੀ ਜ਼ਖਮ ਹੁੰਦੇ ਆ ਉੱਥੇ ਪਲੇਟਲੈਟਸ ਕੀ ਹੋ ਜਾਂਦੀਆਂ, ਇਕੱਠੀਆਂ ਹੋ ਜਾਂਦੀਆਂ ਹੈਗੀਆਂ। ਤਾਂ ਇਹ ਸਾਰੀਆਂ ਸਲਾਈਡਸ ਸਾਡੀਆਂ, ਇਹਨਾਂ ਨੂੰ ਵਾਈਟ ਸੈੱਲਾਂ ਨੂੰ ਨਿਊਟ੍ਰੋਫਿਲ ਵੀ ਕਹਿੰਦੇ ਹੈਗੇ ਆ। ਜਦੋਂ ਅਸੀਂ ਇਹਨੂੰ ਸੈਂਟਰੀਫਿਊਗ ਕਰਦੇ ਆ ਬਲੱਡ ਨੂੰ, ਤਾਂ ਇਹ ਪਲਾਜ਼ਮਾ, WBC, ਪਲੇਟਲੈਟਸ ਅਤੇ RBCs, ਲਾਲ ਰਕਤਾਣੂ, ਚਿੱਟੇ ਰਕਤਾਣੂ, ਪਲੇਟਲੈਟਸ ਅਤੇ ਪਲਾਜ਼ਮਾ ਸੈਪਰੇਟ ਹੋ ਜਾਂਦਾ ਹੈਗਾ। ਉਹ ਇੱਕ ਵੀਡੀਓ ਰਾਹੀਂ ਅਸੀਂ ਦੇਖੀਏ ਕਿ ਜਿਹੜੇ ਸਾਡੇ ਸਰੀਰ ਦੀ ਇਮਿਊਨਿਟੀ ਦਾ ਕਾਰਨ ਕੀ ਹੈਗਾ। ਤਾਂ ਸਾਡੇ 'ਚ ਵਾਈਟ ਬਲੱਡ ਸੈੱਲ ਹੁੰਦੇ ਆ ਜਿਹੜੇ ਬੈਕਟੀਰੀਆ ਵਾਇਰਸ ਨਾਲ ਲੜ ਕੇ ਉਹਨਾਂ ਨੂੰ ਮਾਰ ਦਿੰਦੇ ਹੈਗੇ। ਇੱਦਾਂ ਸਾਡੇ ਸਰੀਰ ਨੂੰ ਸਫੇਦ ਰਕਤਾਣੂ ਜਿਹੜੇ ਹੈਗੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਠੀਕ ਹੈ। ਇਹ ਅੱਗੇ ਸਲਾਈਡ ਦੈਨ ਥੈਂਕ ਯੂ। ਤੁਸੀਂ ਫਿਰ ਦੇਖ ਸਕਦੇ ਹੋ ਕਿ ਬਲੱਡ ਸਰਕੂਲੇਸ਼ਨ ਦੋਹਰੀ ਗੇੜ ਪ੍ਰਣਾਲੀ ਹੈਗੀ ਆ। ਹਾਰਟ ਦੇ ਖੱਬੇ ਔਰੀਕਲ ਤੋਂ ਖੱਬੇ ਵੈਂਟਰੀਕਲ ਤੋਂ, ਉੱਥੋਂ ਫਿਰ ਮਹਾਧਮਨੀ ਰਾਹੀਂ ਬੋਡੀ ਦੇ ਭਾਗਾਂ ਨੂੰ ਆਕਸੀਜਨ ਦੇ ਦਿੰਦਾ ਬਲੱਡ।
ਔਰ ਕਾਰਬਨ ਡਾਈਆਕਸਾਈਡ ਪਿਕ ਕਰੇਗਾ ਔਰ ਰਾਈਟ ਔਰੀਕਲ ਅਤੇ ਵੈਂਟਰੀਕਲ 'ਚ, ਉੱਥੋਂ ਇਹ ਫੇਫੜਿਆਂ ਨੂੰ ਜਾਏਗੀ ਆਕਸੀਜਨ ਪਲਮਨਰੀ ਆਰਟਰੀ ਰਾਹੀਂ, ਅਤੇ ਉੱਥੇ ਆਕਸੀਜਨ ਲਏਗੀ, ਕਾਰਬਨ ਡਾਈਆਕਸਾਈਡ ਛੱਡ ਦੇਗੀ। ਤਾਂ ਇਹ ਸੀਗਾ ਅੱਜ ਦਾ ਲੈਕਚਰ। ਥੈਂਕ ਯੂ ਫੋਰ ਵਾਚਿੰਗ ਦੀ ਵੀਡੀਓ।